दूसरे विश्व युद्ध ਜਾਂ राष्ट्रीय संकट 1962 की लड़ाई 1971 की जंग ਵਿੱਚ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸੋ ਉਹਨਾਂ ਦਾ ਅਸੀਂ ਜਿਹੜਾ ਵਧਾ ਕੇ 10,000 ਤੋਂ ਅਸੀਂ 20,000 ਜਿਹੜੀ ਉਹ ਕੀਤੀ ਆ। ਇਸੇ ਤਰ੍ਹਾਂ ਪੈਰਾਮਿਲਟਰੀ ਫੋਰਸਿਸ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀਗਾ ਕਿ ਪੈਰਾਮਿਲਟਰੀ ਫੋਰਸਿਸ ਦੇ ਅੰਦਰ ਜਿਹੜੇ ਜ਼ਖਮੀ ਹੋ ਜਾਂਦੇ ਨੇਗੇ ਉਹਨਾਂ ਲਈ ਵੀ ਜਿਹੜੀ ਰਾਸ਼ੀ ਆ ਉਹ ਵੀ ਅਸੀਂ ਵਧਾਈ ਜਾਗੀ। ਸੋ ਉਹਦੇ ਵਿੱਚ ਵੱਡਾ ਜਿਹੜੇ 76% ਤੋਂ ਲੈ ਕੇ 100% ਨਕਾਰਾ ਹੋ ਜਾਂਦੇ ਸੀਗੇ। ਇਹਨਾਂ ਨੂੰ ਪਹਿਲਾਂ 4 ਲੱਖ ਰੁਪਏ ਮਿਲਦੇ ਸੀਗੇ, 4 ਤੋਂ ਫਿਰ ਇਹ ਵੱਧ ਕੇ 20 ਲੱਖ ਰੁਪਏ ਹੋਏ। ਸੋ ਇਹਨਾਂ ਦੇ ਵਿੱਚ ਜਿਹੜਾ ਹੈਗਾ 20 ਲੱਖ ਤੋਂ ਵਧਾ ਕੇ ਹੁਣ ਇਹ ਅਸੀਂ 40 ਲੱਖ ਰੁਪਈਆ ਰਾਸ਼ੀ ਕੀਤੀ ਆ। ਜਿਸ ਤਰ੍ਹਾਂ ਚਾਹੇ ਕਾਰਗਿਲ ਯੁੱਧ ਦੇ ਹੋਣ ਜਾਂ ਹੋਰ ਜਿੰਨੇ ਵੀ ਜਿਹੜੇ ਆਪਰੇਸ਼ਨ ਹੋਏ ਨੇ ਉਹਨਾਂ ਦੇ ਜਿਹੜੇ ਵੀ ਜ਼ਖਮੀ ਨੇਗੇ ਉਹ 76% ਤੋਂ ਲੈ ਕੇ ਜਿਹੜੇ 100% ਤੱਕ ਨਕਾਰਾ ਹੋ ਜਾਂਦੇ ਨੇਗੇ ਉਹਨਾਂ ਦੀ ਰਾਸ਼ੀ ਜਿਹੜੀ ਆ 20 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਗਈ ਆ। ਇਸੇ ਤਰ੍ਹਾਂ ਜਿਹੜੇ 51% ਤੋਂ 75% ਤੱਕ ਨਕਾਰਾ ਹੋ ਜਾਂਦੇ ਸੀ ਸਾਡੇ ਸੈਨਿਕ ਭਰਾ ਉਹਨਾਂ ਦੀ ਐਕਸਗ੍ਰੇਸੀਆ ਗ੍ਰਾਂਟ ਜਿਹੜੀ ਆ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਗਈ ਆ। ਇਸੇ ਤਰ੍ਹਾਂ ਜਿਹੜੇ 25% ਤੋਂ 50% ਤੱਕ ਨਕਾਰਾ ਹੋ ਜਾਂਦੇ ਸੀਗੇ ਉਹਨਾਂ ਦੀ ਗ੍ਰਾਂਟ ਜਿਹੜੀ ਆ 5 ਲੱਖ ਤੋਂ 10 ਲੱਖ ਰੁਪਏ ਤੱਕ ਵਧਾਈ ਗਈ ਆ। ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਸਮਝਦਾ ਪੰਜਾਬ ਦੇ ਸਾਡੇ ਜਿਹੜੇ ਸੂਰਬੀਰ ਯੋਧੇ ਪੰਜਾਬ ਦੇ ਜਿਹੜੇ ਬਹਾਦਰ ਸੈਨਿਕ ਜਿਹੜੇ ਦੇਸ਼ ਦੀ ਡਿਫੈਂਸ ਦੇ ਵਿੱਚ ਜਿਹੜੇ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਵਾਅਦਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਕੀਤਾ ਗਿਆ। ਇਸੇ ਤਰ੍ਹਾਂ ਹੋਰ ਇੱਕ ਬੜਾ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਜਿਹਦੇ ਨਾਲ ਪੰਜਾਬ ਦੇ ਸਾਡੇ ਚੇਅਰਮੈਨ ਸਾਹਿਬ ਆਏ ਪਲੀਜ਼ एक बहुत ही बड़ा फैसला क्योंकि काफ़ी लंबे अरसे तो साढ़े पंजाब के जोड़े व्यापारी भरा सीगे क्योंकि पिछे जे मानयोग मुख्यमंत्री सरदार भगवंत सिंह मान जी ਅਤੇ आम आदमी पार्टी के कौमी कन्वीनर दिल्ली के मुख्यमंत्री जो पंजाब के दौरे पर आए सीगे तो बहुत सारे साडे ट्रेडर्स बहुत सारे साडे व्यापारी भरा चाहे जलंधर ਅੰਮ੍ਰਿਤਸਰ ਵਿਖੇ ਲੁਧਿਆਣਾ ਵਿਖੇ ਸਾਡਾ ਜਿਹੜਾ ਇੱਕ ਸਮਾਗਮ ਹੋਇਆ ਸੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਸੀਗਾ। ਬਹੁਤ ਸਾਰੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਦਾ ਇੱਕ ਜ਼ਿਕਰ ਕੀਤਾ ਸੀਗਾ ਕਿ ਕਿਹੜੇ ਪੁਰਾਣੇ ਐਕਟਾਂ ਦੇ ਅੰਦਰ ਸਾਡੇ ਤੇ ਕੇਸ ਜਿਹੜੇ ਨੇ ਕੋ ਪੰਜਾਬ ਚੱਲਦੇ ਸੀਗੇ ਔਰ ਉਹਦੇ ਲਈ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਵਾਂਗੇ। ਇਹਦੇ ਵਿੱਚ पंजाब वैल्यू एडिड टैक्स यानी कि पंजाब वैट टैक्स एक्ट जिहड़ा 2005 ਉਹਦੇ केसिस CST एक्ट 1956 ਉਹਦੇ केस पंजाब इंफ्रास्ट्रक्चर डिवेलपमेंट रेगुलेशन एक्ट 2002 ਉਹਦੇ केस पंजाब जनरल सेल्स टैक्स 1948 ਉਹਦੇ केस पंजाब इंटरटेनमेंट एक्ट टैक्स 1954 ਉਹਨਾਂ ਦੇ केस पंजाब टैक्स ऑन लग्जरी एक्ट 2009 ਉਹਨਾਂ ਦੇ केस पंजाब इंस्टीट्यूशन एंड अदर बिल्डिंग टैक्स 2011 ਇਹਨਾਂ ਦੇ केस लगभग 61,847 केस ਬਣਦੇ ਨੇ ਹੁਣ तक 61,847 केस ने जिहदे विच मैं समझना बैट जिहड़ा कि 2017 तो जो GST का एक्ट आयागा जो GST एक्ट आयागा जो वन नेशन वन टैक्स का फार्मूला देश लागू होया तो उस समय GST तो पहला जिहड़े टैक्स दी रजीम चलदियां सी स्टेटां दे अंदर ਉਹਦੇ ਵਿੱਚ
सब तो वध केस जिहड़े ने कि पंजाब वैट टैक्स दे ने कि लगभग 32,699 नाट 32,659 टैक्स जिहड़े केस सीगे वो ਪੈਂਡਿੰਗ ਪਏ ਸੀਗੇ। ਇਹ ਸਾਰਿਆਂ ਨੂੰ ਅਸੀਂ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਅਸੀਂ ਟ੍ਰੇਡਰ ਨੂੰ ਪੰਜਾਬ ਦੇ ਵਪਾਰੀਆਂ ਨੂੰ ਦੇਣ ਜਾ ਰਹੇ ਹਾਂਗੇ। ਅੱਜ ਕੈਬਨਿਟ ਦਾ ਬਹੁਤ ਹੀ ਅਹਿਮ ਫੈਸਲਾ ਮੈਂ ਸਮਝਦਾ ਦੀਵਾਲੀ ਉੱਪਰ ਦੀਵਾਲੀ ਦੇ ਸ਼ੁਭ ਤਿਉਹਾਰ ਦੇ ਉੱਤੇ ਸਾਡੇ ਜਿਹੜੇ ਵਪਾਰੀ ਭਰਾ ਨੇ ਪੰਜਾਬ ਦੇ ਵਪਾਰੀ ਭਰਾ ਨੇ ਪੰਜਾਬ ਦੇ ਟ੍ਰੇਡਰ ਨੇਗੇ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਦਾ ਫੈਸਲਾ ਜਿਹੜਾ ਅੱਜ ਲਿਆ ਗਿਆ। ਬਹੁਤ ਮੈਂ ਸਮਝਦਾ ਦੀਵਾਲੀ ਦੇ ਉੱਤੇ ਗਿਫਟ ਜਿਹੜਾ ਦੀਵਾਲੀ ਦੇ ਉੱਤੇ ਗਿਫਟ सरदार भगवंत सिंह मान मानयोग मुख्यमंत्री साहब ने व्यापारियों दिता गा क्योंकि बड़ी चिरकोणी मंग सीगियां। हुण तक 2 बैट ਦੀਆਂ ਸਕੀਮਾਂ ਪੰਜਾਬ ਚ ਆਈਆਂ ਸੀਗੀਆਂ 2 वन टाइम सैटलमेंट ਦੀਆਂ ਸਕੀਮਾਂ वन टाइम सैटलमेंट ਦੀਆਂ 2 ਸਕੀਮਾਂ ਪੰਜਾਬ ਚ ਆਈਆਂ ਸੀਗੀਆਂ और दोनों ही ਸਕੀਮਾਂ फेल हो चुकियां सी पंजाब च। और सारा एनालिसिस मेरी अगवाई च सब कमेटी बनी सीगी ਅਸੀਂ ਸਾਰਾ एनालिसिस ਕੀਤਾ। ਅਸੀਂ बहुत सारे ट्रेडर्स ਦੇ ਨਾਲ ਮੀਟਿੰਗਾਂ ਕੀਤੀਆਂ और ਸਾਰੇ ਉਹਨਾਂ ਤੋਂ ਇਨਪੁਟ ਲਏ। ਚਾਹੇ ਅੰਮ੍ਰਿਤਸਰ ਦੇ ਅੰਦਰ ਜਦੋਂ ਅਰਵਿੰਦ ਕੇਜਰੀਵਾਲ ਜੀ ਆਏ ਉਸ ਸਮੇਂ ਲੁਧਿਆਣਾ ਜਲੰਧਰ ਮੋਹਾਲੀ ਸਾਰੇ ਸ਼ਹਿਰਾਂ ਦੇ ਅੰਦਰੋਂ ਇੱਕ ਡਾਟਾ ਤਿਆਰ ਕਰਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰਨ ਦਾ ਵੈਸੇ ਵਾਅਦਾ ਕੀਤਾ ਸੀ। ਇਲੈਕਸ਼ਨ ਤੋਂ ਪਹਿਲਾਂ ਦਾ ਵਾਅਦਾ ਸੀਗਾ ਸੋ ਉਸ ਤੋਂ ਬਾਅਦ ਵੀ ਦੁਬਾਰਾ ਸੁਣੀਆਂ। ਸੋ ਅੱਜ ਜਿਹੜਾ ਅਸੀਂ ਇੱਕ ਅਹਿਮ ਫੈਸਲਾ ਉਹਨਾਂ ਦੇ ਹੱਕ ਵਿੱਚ ਲਿਆ ਗਾ और जिन्हां दा लमसम टैक्स 1 लाख रुपए तक जिहड़े व्यापारियां ने डिपार्टमेंट दा 1 लाख रुपए तक दा टैक्स देना गा वो सारा दा सारा असी वेव ऑफ कीता गा सारा दा सारा माफ कीता गा। सो मैं समझदा एक बड़ा जिहड़ा हैगा फायदा पंजाब दे 39,000 39,787 ਜਿਹੜੇ ਜਿਨ੍ਹਾਂ ਦਾ 1 ਲੱਖ ਤੱਕ ਦਾ 100% ਉਹਨਾਂ ਦਾ ਟੈਕਸ ਵੀ ਮਾਫ ਆ ਇੰਟਰਸਟ ਵੀ ਮਾਫ ਆ ਔਰ ਪਲੈਂਟੀ ਵੀ ਜਿਹੜੀ ਆ ਉਹ 1 ਲੱਖ ਤੱਕ ਜਿਹੜੇ ਆਉਂਦੇ ਨੇ ਉਹਨਾਂ ਦਾ ਸਾਰਿਆਂ ਦਾ ਮਾਫ ਆ। 1 ਲੱਖ ਤੋਂ ਲੈ ਕੇ ਜਿਨ੍ਹਾਂ ਦੀ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਜਿਨ੍ਹਾਂ ਦੇ ਖਿਲਾਫ ਟੈਕਸ ਖੜਾ ਗਾ ਉਹਨਾਂ ਦੇ ਵਿੱਚੋਂ ਅਸੀਂ ਫੈਸਲਾ ਕੀਤਾ ਗਾ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡੀ ਫਰਾਕ ਦਿਲੀ ਪੰਜਾਬ ਦੇ ਲੋਕਾਂ ਨੂੰ ਦਿਖਾਉਂਦੇ ਹੋਏ ਪਹਿਲੀ ਵਾਰ ਹੋਇਆਗਾ। ਪੰਜਾਬ ਦੇ ਅੰਦਰ ਇੰਡਸਟਰੀ ਨੂੰ ਕਿਵੇਂ ਲੈ ਕੇ ਆਉਣਾਗਾ ਪੰਜਾਬ ਦੇ ਵਪਾਰੀਆਂ ਨੂੰ ਹੋਰ ਕਿਵੇਂ ਤਾਕਤਵਰ ਕਰਨਾਗਾ ਕਿਉਂਕਿ ਜੇ ਸਾਡਾ ਬਿਜ਼ਨਸ ਵਧੂਗਾ ਤਾਂ ਮੈਂ ਸਮਝਦਾ ਸਾਡਾ ਪੰਜਾਬ ਵੀ ਹੋਰ ਤਰੱਕੀ ਕਰੂਗਾ। ਤਾਂ ਅਸੀਂ ਜਿੰਨਾ ਉਹਨਾਂ ਨੇ 1 ਕਰੋੜ ਤੱਕ ਦਾ ਟੈਕਸ ਆਗਾ ਉਹਦੇ 'ਚ ਅਸੀਂ 50% ਮਾਫ ਕੀਤਾ ਗਾ। ਇਹਦੇ ਨਾਲ ਹੀ 100% ਜਿਹੜਾ ਉਹਦਾ ਇੰਟਰਸਟ ਮਾਫ ਹੋਇਆਗਾ ਔਰ 100% ਹੀ ਜਿਹੜੀ ਉਹਦੀ ਸੀ ਪੈਨਲਟੀ ਮਾਫ ਕੀਤੀ ਆ। ਕੁੱਲ ਜਿਹੜੇ ਕੇਸ ਨੇਗੇ 1 ਲੱਖ ਤੋਂ ਲੈ ਕੇ 1 ਕਰੋੜ ਤੱਕ 19,361 ਹੋ ਗਏ। 1 ਲੱਖ ਤੱਕ 39,787 ਤੇ 1 ਕਰੋੜ ਤੱਕ 1 ਲੱਖ ਤੋਂ ਲੈ ਕੇ 19,361 यानी कि टोटल 59,148 लगभग पंजाब दे विच 60,000 बंदियां नूं 60,000 पंजाब दे व्यापारियों नूं मैं समझदा एक बड़ा राहत जिहड़ी वड्डी राहत जिहड़ी अज सरदार भगवंत सिंह मान जी की सरकार ने दित्ती आ। सो मैं समझदा एक बहुत बड़ा दिवाली का तोहफा दिवाली का गिफ्ट जिहड़ा गा वो असीं पंजाब दे लोकां नूं दित्ता गा। सो ये जिहड़ी स्कीम आ गई 15 नवंबर तो ये शुरू हो जूगी 15 तरीक तो शुरू होनी आ और 15 मार्च तक ਇਹਦਾ ਸਮਾਂ ਗਾ और इस समय के दौरान ये लागू रहनी हैगी। इस स्कीम के अंदर ਜਿਹੜੇ भी ਵਪਾਰੀ ਚਾਹਣਗੇ ਜਿਹੜੇ भी 50% टैक्स भरना चाहणगे 1 करोड़ तो थले वाले तो ਆਪਦਾ टैक्स भर के ਜਿਹੜੇ पैसे बनते नेगे वो ਆਪਦਾ ਜਿਹੜਾ ਹੈਗਾ सर्टिफिकेट लै सकते हैं। सो मैं समझदा एक बहुत बड़ा इतिहासिक फैसला अज पंजाब के व्यापारियों के हक में अज की कैबिनेट के विच होयागा। सो ये मैं समझदा पंजाब के व्यापारियों को एक बड़ी राहत जिहड़ी आ वो मिलूगी। जी टोटल डिमांड आ ना जी 1 लाख तक तो लैके टैक्स भी है इंटरस्ट भी है तो पेनल्टी भी है
1 ਲੱਖ ਤੱਕ ਦੀ ਅਮਾਉਂਟ ਦਾ ਮਤਲਬ ਆ ਕਿ ਇਹ ਨਹੀਂ ਕਿ ਟੈਕਸ, ਉਹਦੇ ਟੈਕਸ ਵੀ ਆ, ਇੰਟਰਸਟ ਵੀ ਆ ਤੇ ਪੈਨਲਟੀ ਵੀ ਆ। ਔਰ ਇਸੇ ਤਰ੍ਹਾਂ ਜਿਹੜਾ 1 ਕਰੋੜ ਤੱਕ ਆ ਉਹਦੇ ਵਿੱਚ ਵੀ ਟੈਕਸ ਵੀ ਆ, ਪੈਨਲਟੀ ਵੀ ਆ ਤੇ ਇੰਟਰਸਟ ਵੀ ਆ। ਸੋ ਮੈਂ ਸਮਝਦਾ ਅੱਜ ਇੱਕ ਦੀਵਾਲੀ ਦੇ ਮੌਕੇ ਦੇ, ਸ਼ੁਭ ਮੌਕੇ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵੱਡਾ ਫੈਸਲਾ ਪੰਜਾਬ ਦੇ ਵਪਾਰੀਆਂ ਦੇ ਹੱਕ ਵਿੱਚ ਦਿੱਤਾ ਗਾ। ਬਹੁਤ ਹੀ ਮੈਂ ਸਮਝਦਾ ਅਹਿਮ ਫੈਸਲਾ ਜੇ ਹੋਇਆਗਾ। ਇਸ ਤੋਂ ਬਿਨਾਂ ਪੰਜਾਬ ਦੇ ਅੰਦਰ ਕਾਨੂੰਗੋਜ਼ ਦਾ ਤੇ ਪਟਵਾਰੀਆਂ ਦਾ, ਕਾਨੂੰਗੋ ਤੇ ਪਟਵਾਰੀਆਂ ਦਾ ਕਾਮਨ ਕਾਡਰ ਨਹੀਂ ਸੀ ਪੰਜਾਬ ਦੇ ਅੰਦਰ, ਕਾਮਨ ਕਾਡਰ ਨਹੀਂ ਸੀ ਪੰਜਾਬ ਦੇ ਅੰਦਰ। ਜ਼ਿਲ੍ਹਿਆਂ ਦੇ ਕਾਡਰ ਬਣੇ ਹੋਏ ਸੀ, ਡਿਸਟ੍ਰਿਕਟ ਦੇ ਕਾਡਰ ਬਣੇ ਹੋਏ ਸੀਗੇ। ਅੱਜ ਉਹ ਵੀ ਇੱਕ ਬਹੁਤ ਹੀ ਅਹਿਮ ਫੈਸਲਾ ਹੋਇਆਗਾ। ਕਿਉਂਕਿ ਹੁਣ ਸ਼ਹਿਰੀਕਰਨ ਜਿਹੜਾ ਪੰਜਾਬ ਦਾ ਸ਼ਹਿਰੀਕਰਨ ਬੜੀ ਤੇਜ਼ੀ ਦੇ ਨਾਲ ਹੋ ਰਿਹਾਗਾ। ਸੋ ਅੱਜ ਬਹੁਤ ਹੀ ਅਹਿਮ ਫੈਸਲਾ ਹੋਇਆਗਾ ਕਿ ਇੱਕ ਪੰਜਾਬ ਦਾ ਕਾਮਨ ਕਾਡਰ ਜਿਹੜਾ ਉਹ ਅੱਜ ਅਸੀਂ ਪੰਜਾਬ 'ਚ ਬਣ ਗਿਆ। ਅੱਜ ਤੋਂ ਬਾਅਦ ਸਾਰਾ ਪਟਵਾਰੀਆਂ ਦਾ ਤੇ ਕਾਨੂੰਗੋ ਦਾ ਕਾਮਨ ਕਾਡਰ ਹੋਊਗਾ। ਪਹਿਲਾਂ ਨਾਇਬ ਤਹਿਸੀਲਦਾਰਾਂ ਦਾ ਤੇ ਤਹਿਸੀਲਦਾਰਾਂ ਦਾ ਕਾਮਨ ਕਾਡਰ ਸੀਗਾ ਇਸ ਰੈਵਨਿਊ ਡਿਪਾਰਟਮੈਂਟ ਦੇ ਅੰਦਰ। ਹੁਣ ਜਿਹੜਾ ਹੈਗਾ ਸੋ ਉਹ ਕਾਮਨ ਕਾਡਰ ਜਿਹੜਾ ਪਟਵਾਰੀਆਂ ਤੇ ਕਾਨੂੰਗੋ ਦਾ ਵੀ ਬਣ ਗਿਆ। ਸੋ ਇਹਦੇ ਨਾਲ ਬਹੁਤ ਵੱਡਾ ਜਿਹੜਾ ਰਾਹਤ ਆ ਲੋਕਾਂ ਨੂੰ ਮਿਲੂ ਜੀ। ਇਹ ਸਰ ਇੱਕ ਵਾਰੀ ਤੀਰਥ ਸਥਾਨ ਦੱਸ ਦਿਓ ਕਿ ਕਿਹੜੇ ਕਿਹੜੇ, ਔਰ ਉਮਰ ਕੋਈ ਤੈਅ ਕੀਤੀ ਕਿ 60 ਸਾਲ ਤੋਂ ਉੱਪਰ ਹੈ ਜਾਂ ਕਿੰਨੇ ਹੈ, ਔਰ ਇਹਨਾਂ ਦਾ ਕੋਈ ਹੈਲਪ ਕਰਨ ਦੇ ਲਈ ਕੋਈ ਨਾਲ ਇੱਕ ਬੰਦਾ ਵੀ ਜਾ ਸਕਦਾ ਜਿਹੜਾ ਇਹਨਾਂ ਦੇ ਸਾਥ ਸੰਭਾਲਦਾ। ਦੇਖੋ ਤੀਰਥ ਸਥਾਨ ਜਿਨ੍ਹਾਂ ਵਿੱਚ ਹਜੂਰ ਸਾਹਿਬ, ਨੰਦੇੜ ਸਾਹਿਬ, ਪਟਨਾ ਸਾਹਿਬ ਬਿਹਾਰ ਦੇ ਵਿੱਚ, ਵਾਰਾਣਸੀ, ਹੋਰ ਬਹੁਤ ਸਾਰੇ ਧਾਰਮਿਕ ਸਥਾਨ, ਇਸੇ ਤਰ੍ਹਾਂ ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਮਾਤਾ ਨੈਣਾ ਦੇਵੀ ਮੰਦਿਰ, ਸ਼੍ਰੀ ਅਨੰਦਪੁਰ ਸਾਹਿਬ, ਚਿੰਤਪੁਰਨੀ ਮੰਦਿਰ, ਜਵਾਲਾ ਜੀ ਮੰਦਿਰ, ਸਾਲਾਸਰ, ਇਹ ਸਾਰੇ ਜਿਹੜੇ ਅਸੀਂ ਜਿਹੜੇ ਬਣਾਏ ਨੇਗੇ। ਇਸ ਤੋਂ ਬਿਨਾਂ ਸਾਡੀ ਇੱਕ ਸਬ ਕਮੇਟੀ ਬਣੀ ਆ ਜਿਹਦੇ ਵਿੱਚ ਅਮਨ ਅਰੋੜਾ ਜੀ, ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ, ਭੁੱਲਰ ਸਾਹਿਬ ਮੇਰੇ ਨਾਲ ਬੈਠੇ ਨੇਗੇ। ਭੁੱਲਰ ਸਾਹਿਬ ਉਸ ਸਬ ਕਮੇਟੀ 'ਚ ਹੋਣਗੇ। ਜਿਹੜੇ ਵੀ ਕੋਈ ਨਵੇਂ ਸੁਝਾਅ ਆਉਣਗੇ ਉਹ ਵੀ ਲੈ ਜਾਣਗੇ। ਬਿਲਕੁਲ ਬਹੁਤ ਸਾਰੇ ਹੋਰ ਵੀ ਇਹ 'ਚ ਅਸੀਂ ਜਿਹੜੇ ਸੁਝਾਅ ਆਏ ਸੀਗੇ ਉਹਨਾਂ ਨੂੰ ਇਨਕਾਰਪੋਰੇਟ ਕਰਕੇ ਇਹ ਲਾਗੂ ਹੋਊ। ਕਿੰਨੀ ਉਮਰ ਦੇ ਜਿਹੜੇ ਲੋਕ ਆ ਉਹ ਸਫ਼ਰ ਕਰ ਸਕਣਗੇ? ਇਹ ਸਾਰਾ ਕੁਝ ਜਿਹੜਾ ਸਾਡੀ ਸਬ ਕਮੇਟੀ ਜਿਹੜੀ ਆ ਉਹ ਤੈਅ ਕਰ ਰਹੀ। ਜੀ ਮਤਲਬ ਹਿੰਦੀ ਚ ਵੀ ਬਰੀਫਿੰਗ ਕਰ ਸਕਦੇ ਹੋ? 2-3 ਇੰਪੋਰਟੈਂਟ ਪੁਆਇੰਟਸ ਕਿਹੜੇ ਪੁਆਇੰਟ ਤੁਸੀਂ ਪੁੱਛ ਲਓ। ਇੱਕ ਤਾਂ ਤੀਰਥ ਸਕੀਮ ਜਿਹੜੀ ਸੀਐਮ ਤੀਰਥ ਯਾਤਰਾ ਸਕੀਮ, ਔਰ ਜਿਹੜਾ ਐਕਸਪੀਰੀਟ ਜਾਂ ਇਨਕਮ ਤੁਸੀਂ ਵਧਾਈ ਹੈਗੀ ਹੈ पैरामिलिट्री फोर्सेस। देखिए पंजाब में आज हमारे माननीय मुख्यमंत्री सरदार भगवंत सिंह मान जी की अगुवाई में हमारी कैबिनेट की मीटिंग हुई। उसमें बहुत सारे इम्पोर्टेंट डिसीजन पंजाब के पक्ष में, पंजाब के लोगों के पक्ष में लिए गए, जिसमें मैं समझता हूं सबसे मुख्य हमारा जो आज का फैसला है, आज का डिसीजन है, वो है कि मुख्यमंत्री तीर्थ यात्रा स्कीम हमने पंजाब में लागू की है। इससे हमारे बुजुर्गों को जहां जहां हमारे पंजाब में तीर्थ स्थान हैं या पंजाब के बाहर, उन तीर्थ स्थानों पे जो हमारे बुजुर्ग हैं उनको हम ट्रेन के थ्रू, ट्रेन के राही, और हम जो बसें हैं, वॉल्वो बसेस हैं, उनके राही लेके जाएंगे ताकि वो जितने भी जहां वो गए हैं वो ठीक है, जहां नहीं गए, जहां भी जाना चाहते हैं वहां जा सकते हैं। सो इस स्कीम का आज माननीय मुख्यमंत्री साहब ने आज की इस कैबिनेट में हमने प्रवानगी दी है। सो इसका जो सालाना हमारा बजट है वो 40 करोड़ रुपए रहेगा। तो बिल्कुल हम पंजाब के डिफरेंट स्थानों से बसें भी चलेंगी और ट्रेन चलेंगी, और अच्छी ट्रेन जाएंगी, एसी ट्रेन जाएंगी, जिनमें हमारे बुजुर्ग जाएंगे, वो जाके यात्रा करके आएंगे। जैसे उदाहरण के लिए नंदेड़ साहब की यात्रा, उसी तरह वाराणसी की यात्रा जो एक हमने सब कमेटी बनाई है, या वो सब कमेटी जितने भी और स्थान सुजेस्ट करेगी उस सभी पे जो ये तीर्थ यात्रा जाएगी, जो और हमारे बुजुर्ग हैं वहां पे जाके नतमस्तक होके आएंगे, वहां के आशीर्वाद लेके आएंगी। इसी तरह एक और इम्पॉर्टेंट डिसीजन आज की कैबिनेट में हुआ है, जिसमें जो हमारे पुराने केसेस हैं, जो जीएसटी रिजीम आने से पहले 2017 से पहले के जितने एक्ट थे, जिनमें से पंजाब वैल्यू एडेड टैक्स, पंजाब वैट टैक्स 2005, सीएसटी टैक्स 1956,
पंजाब इंफ्रास्ट्रक्चर डेवलपमेंट रेगुलेशन एक्ट 2002, पंजाब जनरल सेल्स एक्ट 1948, पंजाब इंटरटेनमेंट टैक्स 1954, पंजाब टैक्स एंड लग्जरियस 2009, पंजाब इंस्टीट्यूशन एंड अदर बिल्डिंग टैक्स 2011। इनमें हमने वन टाइम सेटलमेंट स्कीम हम लेके आए हैं। जितने भी हमारे ओल्ड पेंडिंग केसेस पेंडिंग पड़े थे उनके लिए हमने, जो हमारे ट्रेडर हैं पंजाब के, जो व्यापारी हैं पंजाब के, उनके लिए एक बहुत ही अच्छी स्कीम, उनके लिए गिफ्ट और एक तोहफा मैं समझता हूं इस आने वाले दिवाली के त्योहार पे सरकार लेके आई है। सरदार भगवंत सिंह मान जी लेके आए हैं, क्योंकि पिछले दिन ही हमारे माननीय नेशनल कन्वीनर अरविंद केजरीवाल जी और पंजाब के माननीय मुख्यमंत्री सरदार भगवंत सिंह मान जी ने पंजाब के डिफरेंट प्लेसेस पे जाके पंजाब के व्यापारियों की बात सुनी थी, चाहे वो अमृतसर साहब हो, जालंधर, लुधियाना, मोहाली, इन सभी पे हमारे कनक्लेव हुए थे। वहां पे जाके बहुत सारी व्यापार की, जितनी भी व्यापार की एसोसिएशन थी वो आई थी। उन्होंने अपनी समस्याएं सरकार के साथ शेयर की थी कि हमारी ये समस्या है। उनमें से ये बहुत बड़ी समस्या हमारे सामने आई थी, तो हमने ये वन टाइम सेटलमेंट स्कीम जो है उसको आज लेके आए हैं। पहले भी 2 स्कीमें पुरानी कांग्रेस के समय आई थी, वो दोनों स्कीम जो है पंजाब में फेल हो चुकी थी, पर लेकिन ये तीसरी स्कीम जो हम लेके आए हैं इसको बड़े अच्छे तरीके से, हमने विचार चर्चा के बाद इसको हमने डिसाइड किया है कि कैसे इसको लागू करना है। इसका एक हमने फॉर्मेट तैयार किया है। जितने भी टैक्स डिफॉल्टर, जिनने टैक्स नहीं भरा, किसी न किसी कारण वो टैक्स भरने से चूक गए, उनके खिलाफ जो पेंडिंग केस हमारे ऑफिसर साहिबान की कमेटियों में या डिफरेंट कोर्ट्स में पेंडिंग पड़े हैं, उनके लिए हमने जिनका टैक्स पेनल्टी और जो उसका इंटरेस्ट है, टैक्स पेनल्टी और इंटरेस्ट जो 1 लाख तक की अमाउंट बनती है, उनके लिए हमने उनको 100% वेव ऑफ किया है, यानी कि 100% उनको माफ कर दिया। जिनका 1 लाख तक बनता, क्या बनता है, 1 लाख तक टैक्स पेनल्टी और इंटरेस्ट, वो हमने बिल्कुल 1 लाख तक का बिल्कुल हमने 100% उसको माफ कर दिया है। और दूसरा जो 1 लाख से लेके जिनका 1 करोड़ तक, 1 लाख से लेके 1 करोड़ तक टैक्स पेनल्टी और इंटरेस्ट बनता है, उसको हमने 50% तक कर दिया। बस उसमें टैक्स और पेनल्टी जो 100% वेव रहेगा। ये स्कीम जो है 15 नवंबर से पंजाब में लागू होगी। 15 नवंबर से लेके 15 मार्च 2024 तक ये लागू रहेगी। मैं समझता हूं ये बहुत बड़ी राहत जो है पंजाब के लोगों को मिली है। इसी तरह जो एक्सग्रेशिया ग्रांट है, वो पहले उसको बढ़ा के डबल कर दिया गया। जो आदमी फिजिकल हैंडीकैप हो जाता था, जिसमें मैं समझता हूं 57% से लेके 100% तक जो हैंडीकैप हो जाता था या नकारा हो जाता था, उसको हमने उसकी एक्सग्रेशिया जो राशि है वो बढ़ा के 20 लाख से 40 लाख यानी कि दुगनी कर दी। इसी तरीके से जो 51% से लेके 75% तक जो आदमी, जो हमारा सैनिक जो नकारा हो जाता था, उसको हमने 10 लाख से बढ़ा के उसकी जो है अमाउंट है 20 लाख कर दी। इसी तरीके से जो 25% से लेके 50% तक जिसकी इंजरी होती थी या नकारा हो जाता था, उसकी हमने अमाउंट 5 लाख से बढ़ा के 10 लाख कर दी। तो मैं समझता हूं जो पंजाब के जो हमारे सैनिक, जो हमारे भाई सरहद पे लड़ते हैं, जो हमारे लिए हमारी रक्षा करते हैं, उनके लिए जो उन ऑपरेशंस में उनकी इंजरी हो जाती है, उनके लिए ये बहुत बड़ी राहत सरकार ने आज ऐलान की। इसी तरीके से जिन लोगों ने पंजाब के लिए, देश के लिए लड़ाई लड़ी, चाहे सेकंड वर्ल्ड वार हो या राष्ट्रीय जब लड़ाई हुई थी या राष्ट्रीय संकट आया था 1962 में, 1962 में, 1971 में, जो उनमें उनके जंगी शहीद हैं, उनकी विधवाएं हैं, उनके लिए हमने जो राशि थी, जंगी जगीर थी, जो जगीर उनके परिवार को मिलती थी, वो पहले 10,000 मिलती थी सालाना, अब उसको बढ़ा के 20,000 किया। मैं समझता ये बहुत बड़ा एक फैसला हमारे शहीदों के लिए हुआ है। आज के लिए पराली को आग लगाने के इंसिडेंट बढ़ रहे हैं। हरियाणा भी ब्लेम कर रहा है कि दिल्ली में पोल्यूशन जो पंजाब की वजह से, क्योंकि पंजाब में ज्यादा आग लगी है। पिछले कल सिंगल डे में पिछले साल से भी ज्यादा आग लगी है। इसी में ऐड है सर, पिछले 8 दिनों में 78% बढ़ गई है। देखिए बिल्कुल, हमने पहली बार हुआ है कि सबसे ज्यादा जो हैप्पी सीडर है,
या जितने भी हम इक्विपमेंट किसानों को दे सकते थे उसके लिए हमने पूरा इंतजाम किया, तो सब किसानों को दिए गए हैं। बिल्कुल हम इस पे ऊपर बिल्कुल लगातार हमारा प्रशासन काम पे लगा हो। पहले पुराने सालों से, पुरानी सरकारों के समय से अब तक 56% जो है वो कम हुए हैं, जो बहुत बड़ा राहत पंजाब को मिली है। 56% कमी आई है। तो जहां भी लगा रहे हैं हम किसान भाइयों को समझा के बुझा के उनको रोक रहे हैं, हमारे ऑफिसर साहबान रोक रहे हैं और सब सख्त एक्शन भी ले रहे हैं। ਦਿੱਲੀ ਦੇ ਪ੍ਰਦੂਸ਼ਣ ਦਾ ਸਾਰੀ ਜ਼ਿੰਮੇਵਾਰੀ ਪੰਜਾਬ ਨੇ ਪਾਈ ਹੈ। दिल्ली के पोल्यूशन के लिए भी ब्लेम किया जा रहा ਵੀਡੀਓ ਸਾਹਮਣੇ ਆਈ ਸੀ ਕਿ ਐਸਡੀਐਮ ਅਫਸਰ ਦੀ ਵੀਡੀਓ ਸਾਹਮਣੇ ਆਈ, ਉਸ ਤੋਂ ਬਾਅਦ ਲੱਗਦਾ ਕਿ ਕਿਸਾਨ ਇਸ ਚੀਜ਼ ਨੂੰ ਮੰਨਣ ਲਈ ਤਿਆਰ ਬੈਠੇ ਨੇ, ਕਿਉਂਕਿ ਉਹ ਕਿਤੇ ਨਾ ਕਿਤੇ, ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵੀ ਜਿਹੜੇ ਹੁਕਮ ਦੇ ਦਿੱਤੇ ਸੀਗੇ। ਦੇਖੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਗਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਬਹੁਤ ਵੱਡਾ ਸੰਦੇਸ਼ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਗਾ ਸਾਨੂੰ, ਪਵਨ ਗੁਰੂ, ਹਵਾ ਨੂੰ ਗੁਰੂ ਮੰਨਿਆ ਗਾ। ਸੋ ਮੈਂ ਸਮਝਦਾ ਇਸ ਸਮੇਂ ਇਸ ਬਹੁਤ ਵੱਡੇ ਕਨਸੈਪਟ ਨੂੰ ਸਾਡੇ ਕਿਸਾਨ ਭਰਾ ਬੜੀ ਅੱਛੇ ਤਰੀਕੇ ਨਾਲ ਸਮਝ ਰਹੇ ਨੇਗੇ। ਸੋ ਉਹਨਾਂ ਨੂੰ ਸਾਡਾ ਪ੍ਰਸ਼ਾਸਨ ਵੀ ਸਮਝਾ ਰਿਹਾ ਗਾ। ਸੋ ਬਹੁਤ ਵੱਡੇ ਪੱਧਰ ਤੇ ਡਿਕਲਾਈਨ ਜਿਹੜੀ ਆ ਉਹ ਪੰਜਾਬ ਚ ਆਈ ਹੈਗੀ। ਸੋ ਇਹਦੇ ਨਾਲ ਆਉਣ ਵਾਲੇ ਸਮੇਂ ਜਿੱਥੇ ਵੀ ਕਿਤੇ ਹੈ ਰਿਹਾ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ, ਉਹ ਵੀ ਆਉਣ ਵਾਲੇ ਸਮੇਂ ਚ ਡਿਕਲਾਈਨ। ਸੈਂਟਰ ਕੋਈ ਫੰਡ ਦਿੰਦਾ ਹੈ? ਕਿਉਂਕਿ ਦਿੱਲੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਹਰਿਆਣੇ ਨੂੰ ਫੰਡ ਮਿਲਦੇ ਹੋਣਗੇ, ਨਾ ਤਾਂ ਦਿੱਲੀ ਸਰਕਾਰ ਨੂੰ ਮਿਲਦੇ ਔਰ ਨਾ ਹੀ ਪੰਜਾਬ ਸਰਕਾਰ ਨੂੰ ਪਰਾਲੀ ਬਾਬਤ ਕੋਈ ਫੰਡ ਦਿੱਤਾ ਜਾ ਰਿਹਾ। ਦੇਖੋ ਸੈਂਟਰ ਸਰਕਾਰ ਨੂੰ ਅਸੀਂ ਸਕੀਮ ਬਣਾ ਕੇ ਭੇਜੀ ਸੀ, ਪਰ ਸੈਂਟਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਨਾਲ, ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਆ ਉਹ ਪੰਜਾਬ ਦੇ ਨਾਲ ਮਤਰੇਈ ਮਾਲ ਆ ਸਲੂਕ ਕਰ ਰਹੀ ਆ। ਲਗਾਤਾਰ ਸਾਡੇ ਜਿੰਨੇ ਵੀ ਫੰਡ ਸੈਂਟਰ ਦੇ ਆ ਰਹੇ ਲਗਾਤਾਰ ਉਹਨਾਂ ਤੇ ਕੱਟ ਲੱਗ ਰਿਹਾ ਹੈਗਾ। ਲਗਾਤਾਰ ਸੈਂਟਰ ਦੀਆਂ ਗ੍ਰਾਂਟਸ ਜਿਹੜੀਆਂ ਨੇ ਉਹ ਘਟਾਈਆਂ ਜਾ ਰਹੀਆਂ ਨੇਗੀਆਂ, ਚਾਹੇ ਆਰਡੀਐਫ ਦੇ ਪੈਸੇ ਨੇ, ਚਾਹੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਨੇਗੇ, ਹੋਰ ਬਹੁਤ ਸਾਰੀਆਂ ਸਕੀਮਾਂ ਨੇਗੀਆਂ, ਉਹ ਸਾਰੀਆਂ ਲਗਾਤਾਰ ਮੈਂ ਸਮਝਦਾ ਘੱਟ ਹੋ ਰਹੀਆਂ ਨੇਗੀਆਂ ਔਰ ਖਤਮ ਹੋ ਰਹੀਆਂ। ਬਹੁਤ ਸਾਰੇ ਤੇ ਰੋਕ ਲੱਗੀ ਹੋਈ ਹੈਗੀ। ਸੋ ਉਹਨਾਂ ਦੇ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਬੀਜੇਪੀ ਆ, ਭਾਰਤੀ ਜਨਤਾ ਪਾਰਟੀ ਆ, ਉਹ ਪੰਜਾਬ ਵਿਰੋਧੀ ਆ ਔਰ ਪੰਜਾਬ ਦੇ ਨਾਲ ਵੱਡੀ ਪੱਧਰ ਤੇ ਵਿਤਕਰਾ ਕਰਦੀ। ਦਿੱਲੀ ਦੇ ਪੋਲੂਸ਼ਨ ਲਈ ਪੰਜਾਬ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਮੈਟਰ ਪਹੁੰਚਿਆ ਸੀਗਾ ਜਿਹੜਾ ਰਾਜਪਾਲ ਮਨਜ਼ੂਰੀ ਨਹੀਂ ਦੇ ਰਿਹਾ, ਸੁਣਵਾਈ ਵੀ ਹੋਈ ਹੈ। ਕਿੰਨੇ ਬਿੱਲ ਇਸ ਵੇਲੇ ਪੈਂਡਿੰਗ ਪਏ ਨੇ ਜਿਹੜੇ ਰਾਜਪਾਲ ਨੇ ਮਨਜ਼ੂਰ ਕਰਨੇ, ਔਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਗਵਰਨਰ ਆਪਸ ਤਾਲਮੇਲ ਕਰਨ, ਕਿਉਂ ਬਾਰ-ਬਾਰ ਸੁਪਰੀਮ ਕੋਰਟ? ਦੇਖੋ ਹਜੇ ਜਿਹੜੀ ਤੁਸੀਂ ਗੱਲ ਕਰਦੇ ਹੋ, ਮੈਂ ਹਜੇ ਫੈਸਲਾ ਦੀ ਕਾਪੀ ਜਿਹੜੀ ਆ ਪ੍ਰਾਪਤ ਨਹੀਂ ਹੋਈ। ਜਦੋਂ ਫੈਸਲੇ ਦੀ ਕਾਪੀ ਉਸ ਤੋਂ ਬਾਅਦ ਕਮੈਂਟ ਕਰਾਂਗੇ। ਪਰ ਲੇਕਿਨ ਮੈਂ ਸਮਝਦਾ ਗਵਰਨਰ ਸਾਹਿਬ ਨੂੰ ਜਿਹੜੇ ਸਾਡੇ ਪੈਂਡਿੰਗ ਬਿੱਲ ਪਏ ਨੇ ਉਹ ਤੁਰੰਤ ਪਾਸ ਕਰ ਦੇਣ। ਪੰਜਾਬ ਦਾ ਬੜਾ ਫਾਈਨਾਂਸ ਜਿਹੜਾ ਇਨਵੋਲਵ ਹੈਗਾ, ਦੋ ਸਾਡੇ GST ਦੇ ਬਿੱਲ ਤੋਂ ਉਹਨਾਂ ਨੇ ਪਾਸ ਕਰਤੇ। ਉਹਨਾਂ ਨੇ ਫਾਈਨਾਂਸ ਦੀ ਅਹਿਮੀਅਤ ਨੂੰ ਸਮਝਿਆ। ਇੱਕ ਪਾਸੇ ਤਾਂ ਕਹਿੰਦੇ ਨੇ ਕਿ ਕਰਜ਼ਾ ਚੜ ਰਿਹਾ ਔਰ ਦੂਜੇ ਪਾਸੇ ਉਸ ਕਰਜ਼ੇ ਨੂੰ ਚੜਾਉਣ 'ਚ ਉਹ ਭਾਈਵਾਲ ਬਣ ਰਹੇ ਨੇਗੇ। ਉਹਨਾਂ ਨੂੰ ਇਸ ਤਰ੍ਹਾਂ ਮੈਂ ਸਮਝਦਾ ਬੀਜੇਪੀ ਦਾ ਸਪੋਕਸਮੈਨ ਨਹੀਂ ਬਣਨਾ ਚਾਹੀਦਾ। ਉਹ ਪੰਜਾਬ ਦੇ ਗਵਰਨਰ ਨੇ, ਮਾਨਯੋਗ ਗਵਰਨਰ ਨੇਗੇ। ਅਸੀਂ ਉਹਨਾਂ ਦੇ ਅਹੁਦੇ ਦੀ ਬਹੁਤ ਰਿਸਪੈਕਟ ਕਰਦੇ ਹਾਂ। ਸੋ ਮੈਂ ਸਮਝਦਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਪੰਜਾਬ ਦੀ ਚੁਣੀ ਹੋਈ ਸਰਕਾਰ ਦੀ ਰਿਸਪੈਕਟ ਕਰਨੀ। दिल्ली के पोल्यूशन के लिए दिल्ली के जीएसटी बिल पास हो गया कि विधान सभा ਨੂੰ ਲੈ ਕੇ ਹੁਣ ਆਉਣ ਦੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਸੈਸ਼ਨ ਨੂੰ ਵੀ ਜਾ ਕੇ ਚਰਚਾ ਹੋਈ ਹੈ ਕਿ ਕਿਉਂਕਿ GST ਬਿੱਲ ਜਿਹੜੇ ਪਾਸ ਹੋਏ, ਜਦੋਂ ਸਾਰੇ ਬਿੱਲ ਪਾਸ ਹੋ ਗਏ ਤਾਂ ਉਸ ਤੋਂ ਬਾਅਦ ਜਿਹੜੀ ਆ ਬਿਲਕੁਲ ਸਾਰੇ ਅਸੀਂ ਵਿਧਾਨ ਸਭਾ ਸੈਸ਼ਨ 'ਚ ਹੀ ਪਾਸ ਹੋਣੇ ਨੇਗੇ। ਤਾਂ ਨੈਚੁਰਲੀ ਆ ਜਦੋਂ ਸਾਰੇ ਮਾਨਯੋਗ ਗਵਰਨਰ ਸਾਹਿਬ ਕਰਕੇ ਭੇਜਣਗੇ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਆਨਰੇਬਲ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਮੈਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਪਤਾ। ਵਪਾਰੀਆਂ ਨੂੰ ਤੋਹਫਾ ਦਿੱਤਾ, ਆਮ ਲੋਕਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਤੀਰਥ ਯਾਤਰਾ ਦਾ, ਤੇ ਮੁਲਾਜ਼ਮਾਂ ਦਾ ਜਿਹੜਾ 3 ਜਿਹੜੀਆਂ ਕਿਸ਼ਤਾਂ ਡੀਏ ਦੀਆਂ ਪੈਂਡਿੰਗ ਨੇ, ਔਰ ਹੋਰ ਜਿਹੜੇ ਸਾਬਕਾ FM ਨੇ ਮਨਪ੍ਰੀਤ ਸਿੰਘ ਬਾਦਲ, ਉਹਨਾਂ ਦੇ ਦਾਦੇ ਵੀ ਰੋਲ ਘਚੋਲੇ ਕਾਫੀ ਪਾਏ ਆ। ਉਹਨਾਂ ਦੀ ਸੁਲਝਾਉਣ ਲਈ ਸਰਕਾਰ ਕੀ ਸੰਜੀਦਾ ਕੋ ਕਰ ਰਹੀ ਹੈ? ਸਾਰੀਆਂ ਜਿੰਨੇ ਵੀ ਵਰਗ ਬਣਦੇ ਨੇ ਸਾਰਿਆਂ ਦੇ ਜਿਹੜਾ ਬੜਾ ਜਲਦੀ ਅਸੀਂ ਫੈਸਲਾ ਲਵਾਂਗੇ, ਸਭ ਤੇ ਵਿਚਾਰ ਵਟਾਂਦਰਾ। ਚੀਮਾ ਸਾਹਿਬ ਜੋ ਛੇਵਾਂ ਪੇਜ ਕਾਰਵਾਈ ਦਾ ਇਹ ਪੰਜਾਬ ਕੋ ਡਰਾਇਆ ਜਾ ਰਿਹਾ ਹੈ। ਦੇਖੋ ਪੰਜਾਬ ਬਿਲਕੁਲ ਪੰਜਾਬ ਦੇ ਨਾਲ ਹਰਿਆਣੇ 'ਚ ਸਭ ਤੋਂ ਵੱਧ ਕੇਸ ਜਿਹੜੇ ਨੇਗੇ, ਸਭ ਤੋਂ ਵੱਧ ਅੱਗ ਲਾਉਣ ਦੇ ਕੇਸ ਜਿਹੜੇ ਨੇਗੇ ਉਹ ਸਾਡੇ ਐਡਜੋਇਨਿੰਗ ਸਟੇਟ ਜਿਹੜਾ ਉਹ ਹਰਿਆਣੇ 'ਚ ਆ ਰਹੇ ਨੇਗੇ। ਸਭ ਤੋਂ ਵੱਧ ਕੇਸ ਜਿਹੜੇ ਨੇਗੇ ਉਹ ਯੂਪੀ ਉੱਤਰ ਪ੍ਰਦੇਸ਼ 'ਚ ਆ ਰਹੇ ਨੇਗੇ। ਦੋਨਾਂ ਜਗ੍ਹਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਸੋ ਕੇਂਦਰ ਸਰਕਾਰ ਨੂੰ ਤੇ ਸਾਡੇ ਦਾ ਵਿਤਕਰਾ ਕਰਨਾ ਕਰ ਲਵੇ, ਘੱਟੋ ਘੱਟ ਹਰਿਆਣੇ 'ਚ ਤਾਂ ਪੈਸੇ ਦੇ ਦੇਵੇ, ਯੂਪੀ 'ਚ ਤਾਂ ਪੈਸੇ ਦੇ ਦੇਵੇ। ਮੈਂ ਸਮਝਦਾ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦਿੱਲੀ ਦੇ ਲੋਕਾਂ ਨਾਲ ਖਿਲਵਾੜ ਕਰ ਰਹੀ ਆ, ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰ ਰਹੀ ਹੈ।